ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1035-36 ਦੇ ਅੰਕਿਤ ਸ਼ਬਦ ਦੀ ਵਿਆਖਿਆ ਕਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਆਪ ਬਖਸ਼ਣਹਾਰ ਹਨ। ਸ਼ਬਦ ਦੀ ਵਿਆਖਿਆ ਕਰਦੇ ਹੋਏ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਸੱਚੇ ਪਾਤਸ਼ਾਹ ਜੀ ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਅਤੇ ਅੱਗੇ ਤੋਂ ਸਪਸ਼ਟ ਬਾਣੀ ਪੜ੍ਹਨ ਦੀ ਸੋਝੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰੂ ਮਹੱਲਾ ਪਹਿਲਾ। ਦਰਸ਼ਨ ਪਾਵਾ ਜੇ ਤੁਧ ਭਾਵਾ। ਹੇ ਸੱਚੇ ਪ੍ਰਭੂ, ਮੈਂ ਤੇਰੀ ਭਗਤੀ ਕਰਦਾ ਹਾਂ, ਹਰ ਵੇਲੇ ਤੇਰੇ ਗੁਣ ਗਾਉਂਦਾ ਹਾਂ। ਜੇ ਤੈਨੂੰ ਮਨਜ਼ੂਰ ਹੋਵੇ ਤਾਂ ਤੇਰਾ ਦਰਸ਼ਨ ਕਰ ਸਕਦਾ ਹਾਂ। ਦਰਸ਼ਨ ਪਾਵਾਂ, ਮੈਂ ਤੇਰਾ ਦਰਸ਼ਨ ਤਾਂ ਹੀ ਕਰ ਸਕਦਾ ਹਾਂ ਜੇ ਤੁਧ ਭਾਵਾ, ਜੇ ਤੈਨੂੰ ਚੰਗਾ ਲੱਗਦਾ ਹੋਵੇ। ਪਾਏ ਭਗਤ ਸਾਚੇ ਗੁਣ ਗਾਵਾਂ। ਹੇ ਕਰਤਾਰ, ਜਿਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈ। ਪਾਏ ਭਗਤ ਸਾਚੇ ਗੁਣ ਗਾਵਾਂ, ਜੋ ਤੈਨੂੰ ਚੰਗੇ ਲੱਗਦੇ ਹਨ, ਸਾਚੇ ਗੁਣ ਗਾਵਾਂ, ਤੂੰ ਉਹਨਾਂ ਨੂੰ ਪਿਆਰਾ ਲੱਗਦਾ ਹੈ, ਉਹ ਤੇਰੇ ਗੁਣ ਗਾਉਂਦੇ ਹਨ। ਤੁਧ ਭਾਣੇ ਤੂੰ ਭਾਵੇ ਕਰਤੇ, ਆਪੇ ਰਸਨ ਰਸਾਏ ਦਾ, ਤੂੰ ਆਪ ਹੀ ਉਹਨਾਂ ਦੀ ਜ਼ੁਬਾਨ ਵਿੱਚ ਮਿਠਾਸ ਪੈਦਾ ਕਰਦਾ ਹੈ। ਤੁਧ ਭਾਣੇ ਤੂੰ ਭਾਵੇ, ਜੋ ਤੈਨੂੰ ਚੰਗਾ ਲੱਗਦਾ ਹੈ, ਆਪੇ ਰਸਨ ਰਸਾਏ ਦਾ, ਤੂੰ ਉਹਨਾਂ ਦੀ ਜ਼ੁਬਾਨ ਵਿੱਚ ਆਪ ਹੀ ਮਿਠਾਸ ਪੈਦਾ ਕਰਦਾ ਹੈ, ਤਾਂ ਕਿ ਉਹ ਜਿਸ ਸਦਕਾ ਉਹ ਤੇਰੇ ਗੁਣ ਗਾਉਂਦੇ ਹਨ। ਸੋਹਣ ਭਗਤ ਪ੍ਰਭੂ ਦਰਬਾਰੇ। ਹੇ ਪ੍ਰਭੂ, ਜਿਹੜੇ ਤੇਰੀ ਭਗਤੀ ਕਰਦੇ ਹਨ, ਉਹ ਤੇਰੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ਸੋਹਣ ਭਗਤ, ਜਿਹੜੇ ਭਗਤ ਤੇਰੀ ਭਗਤੀ ਕਰਦੇ ਹਨ, ਉਹ ਪ੍ਰਭੂ ਦਰਬਾਰੇ, ਪ੍ਰਭੂ ਦੇ ਦਰਬਾਰ ਵਿੱਚ ਬੈਠੇ ਹੋਏ ਸੋਹਣੇ ਲੱਗਦੇ ਹਨ। ਮੁਕਤ ਭਏ ਹਰਦਾਸ ਤੁਮਾਰੇ। ਹੇ ਹਰੀ, ਤੇਰੇ ਦਾਸ ਬੰਧਨਾਂ ਤੋਂ ਸੁਤੰਤਰ ਹੋ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਆਪ ਗਵਾਏ ਤੇਰੇ ਰੰਗ ਰਾਤੇ, ਅੰਦਿਨ ਨਾਮ ਧਿਆਏ ਦਾ, ਉਹ ਆਪਾ ਭਾਵ ਛੱਡ ਕੇ ਤੇਰੇ ਰੰਗ ਵਿੱਚ ਮਸਤ ਰਹਿੰਦੇ ਹਨ। ਆਪ ਗਵਾਏ, ਆਪਣਾ ਆਪ ਉਹ ਗਵਾ ਦਿੰਦੇ ਹਨ। ਤੇਰੇ ਰੰਗ ਰਾਤੇ, ਤੇਰੇ ਹੀ ਰੰਗ ਵਿੱਚ ਮਸਤ ਰਹਿੰਦੇ ਹਨ। ਅੰਦਿਨ, ਰਾਤ ਦਿਨ, ਨਾਮ ਧਿਆਏ ਦਾ, ਤੇਰਾ ਹੀ ਨਾਮ ਧਿਆਉਂਦੇ ਹਨ। ਈਸਰ ਬ੍ਰਹਮਾ ਦੇਵੀ ਦੇਵਾ। ਸ਼ਿਵ ਬ੍ਰਹਮਾ ਅਨੇਕਾਂ ਦੇਵੀਆਂ ਤੇ ਦੇਵਤੇ, ਇੰਦਰ ਤਪੇ ਮੁਨ ਤੇਰੀ ਸੇਵਾ। ਦੇਵਰਾਜ ਇੰਦਰ, ਤਪੇ ਤਪਸਵੀ, ਮੁਨ ਰਿਸ਼ੀ ਮੁਨੀ, ਇਹ ਸਾਰੇ ਤੇਰੀ ਸੇਵਾ ਕਰਦੇ ਹਨ। ਜਤੀ ਸਤੀ ਕੇਤੇ ਬਨਵਾਸੀ, ਅੰਤ ਨ ਕੋਈ ਪਾਏ ਦਾ। ਜਤੀ, ਅਨੇਕਾਂ ਬ੍ਰਹਮਚਾਰੀ, ਸਤੀ, ਅਨੇਕਾਂ ਉੱਚੇ ਆਚਰਨ ਵਾਲੇ, ਬਨਵਾਸੀ, ਅਨੇਕਾਂ ਜੰਗਲ ਵਿੱਚ ਰਹਿਣ ਵਾਲੇ, ਤਿਆਗੀ, ਅੰਤ ਨਾ ਕੋਈ ਪਾਏ ਦਾ, ਉਹ ਤੇਰੀ ਬੰਦਗੀ ਕਰਦੇ ਹਨ। ਪਰ ਤੂੰ ਕਿਤਨਾ ਵੱਡਾ ਹੈ, ਤੇਰਾ ਭੇਦ ਕੋਈ ਨਹੀਂ ਪਾ ਸਕਦਾ, ਕੋਈ ਤੇਰਾ ਅੰਤ ਨਹੀਂ ਪਾ ਸਕਦਾ। ਵਿਣ ਜਾਣਾਏ ਕੋਈ ਨਾ ਜਾਣੇ, ਜਦੋਂ ਤੱਕ ਨਿਰੰਕਾਰ ਆਪ ਸੂਝ ਨਾ ਬਖਸ਼ੇ। ਵਿਣ ਜਾਣਾਏ, ਜਦੋਂ ਤੱਕ ਹੇ ਪ੍ਰਭੂ ਪਰਮਾਤਮਾ ਤੂੰ ਬੰਦੇ ਨੂੰ ਸੂਝ ਨਹੀਂ ਬਖਸ਼ਦਾ, ਕੋਈ ਨਾ ਜਾਣੇ, ਕੋਈ ਜੀਵ ਸੂਝ ਪ੍ਰਾਪਤ ਨਹੀਂ ਕਰ ਸਕਦਾ। ਕੋਈ ਤੇਰੀ ਵਡਿਆਈ ਦੀ ਸੂਝ ਪ੍ਰਾਪਤ ਨਹੀਂ ਕਰ ਸਕਦਾ। ਜੋ ਕਿਛ ਕਰੇ ਸੋ ਆਪਣ ਭਾਣੇ, ਉਹ ਜੋ ਕੁਛ ਕਰਦਾ ਹੈ, ਜੋ ਕਿਛ ਕਰੇ, ਜੋ ਕੁਛ ਵੀ ਕਰਦਾ ਹੈ, ਆਪਣ ਭਾਣੇ, ਆਪਣੀ ਮਰਜ਼ੀ ਨਾਲ ਕਰਦਾ ਹੈ। ਲੱਖ 84 ਜੀ ਉਪਾਏ, ਭਾਣੇ ਸਾ ਲਵਾਏ ਦਾ, ਉਸ ਕਰਤਾਰ ਨੇ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ। ਲੱਖ 84 ਜੀ ਉਪਾਏ, ਉਪਾਏ ਮਤਲਬ ਪੈਦਾ ਕੀਤੇ ਹਨ। ਲੱਖ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ। ਭਾਣੇ ਸਾਹ ਲਵਾਏ ਦਾ, ਭਾਣੇ, ਉਹ ਆਪਣੀ ਰਜ਼ਾ ਨਾਲ ਹੀ ਜੀਵਾਂ ਨੂੰ ਸਾਹ ਲੈਣ ਦਿੰਦਾ ਹੈ। ਜੋ ਉਸਦੇ ਭਾਣੇ, ਉਸਦਾ ਭਾਣਾ ਹੈ, ਉਹੀ ਹੋਏਗਾ। ਜੀਵਾਂ ਦਾ ਜਿੰਨੇ ਸਾਹ ਦੀ ਮੌਲਤ ਲਿਖੀ ਹੈ, ਉਹ ਜੀ ਓਨੇ ਹੀ ਸਾਹ ਲਏਗਾ। ਜੋ ਤਿਸ ਭਾਵੇ ਸੋ ਨਿਹਚੋ ਹੋਵੇ।
ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੋ ਤਿਸ ਭਾਵੇ, ਜੋ ਉਸ ਨੂੰ ਚੰਗਾ ਲੱਗਦਾ ਹੈ ਸੋ ਨਿਸ਼ਚੋ ਹੋਵੇ, ਉਹ ਜ਼ਰੂਰ ਹੀ ਹੁੰਦਾ ਹੈ। ਮਨਮੁਖ ਆਪ ਗਣਾਏ ਰੋਵੇ, ਪਰ ਮਨਮੁਖ ਬੰਦਾ ਜੋ ਹੈ ਉਹ ਆਪਣੇ ਆਪ ਨੂੰ ਹੀ ਵੱਡਾ ਮੰਨਦਾ ਹੈ। ਮਨਮੁਖ ਆਪ ਗਣਾਏ, ਉਹ ਆਪਣੇ ਆਪ ਨੂੰ ਹੀ ਵੱਡਾ ਗਿਣਤੀ ਵਿੱਚ ਦੱਸਦਾ ਹੈ ਤੇ ਰੋਵੇ ਤੇ ਦੁਖੀ ਵੀ ਹੁੰਦਾ ਹੈ। ਨਾਵੋ ਭੂਲਾ ਠੌਰ ਨਾ ਪਾਏ, ਆਏ ਜਾਏ ਦੁੱਖ ਪਾਏ ਦਾ। ਜਿਹੜਾ ਰੱਬ ਨੂੰ ਭੁਲਾ ਦਿੰਦਾ ਹੈ ਉਸ ਨੂੰ ਕਿਤੇ ਆਸਰਾ ਨਹੀਂ ਮਿਲਦਾ। ਨਾਵੋ ਭੂਲਾ, ਜੋ ਨਾਮ ਨੂੰ ਭੁਲਾ ਦਿੰਦਾ ਹੈ, ਠੌਰ ਨਾ ਪਾਏ, ਉਸ ਨੂੰ ਕਿਤੇ ਆਸਰਾ ਨਹੀਂ ਮਿਲਦਾ। ਆਏ ਜਾਏ ਦੁੱਖ ਪਾਏ ਦਾ, ਉਹ ਜਨਮ ਮਰਨ ਦਾ ਦੁੱਖ ਪਾਉਂਦਾ ਹੈ, ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ। ਨਿਰਮਲ ਕਾਇਆ ਉਜਲ ਹੰਸਾ, ਉਸ ਗੁਰਮੁਖ ਦਾ ਸਰੀਰ ਨਿਰਮਲ ਹੈ, ਸੁੱਚਾ ਹੈ। ਉਜਲ ਹੰਸਾ, ਉਸ ਦੀ ਰੂਹ ਵੀ ਉਜਲ ਹੈ, ਜਿਸ ਵਿੱਚ ਨਿਰੰਜਨ ਨਾਮ ਦਾ ਅੰਸ਼ ਹੈ। ਤਿਸ ਵਿੱਚ ਨਾਮ ਨਿਰੰਜਨ ਅੰਸਾ, ਉਸ ਵਿੱਚ ਨਿਰੰਜਨ ਨਾਮ ਦਾ ਅੰਸ਼ ਹੈ। ਸਗਲੇ ਦੁੱਖ ਅੰਮ੍ਰਿਤ ਕਰ ਪੀਵੇ, ਬਹੁੜ ਦੁੱਖ ਨਾ ਪਾਏ ਦਾ। ਜਿਹੜਾ ਮਨੁੱਖ ਸਾਰੇ ਦੁੱਖਾਂ ਨੂੰ ਸੁੱਖ ਮੰਨ ਕੇ ਭੋਗਦਾ ਹੈ, ਸਗਲੇ ਦੁੱਖ, ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਉਸ ਨੂੰ ਮਿਲਦੇ ਹਨ, ਅੰਮ੍ਰਿਤ ਕਰ ਪੀਵੇ, ਸੁੱਖ ਨੂੰ ਵੀ ਦੁੱਖਾਂ ਨੂੰ ਵੀ ਸੁੱਖ ਕਰਕੇ ਮੰਨਦਾ ਹੈ, ਸੁੱਖ ਕਰਕੇ ਭੋਗਦਾ, ਸੁੱਖ ਮੰਨ ਕੇ ਉਸ ਵਿੱਚ ਵਿਚਰਦਾ ਹੈ। ਬਹੁੜ ਦੁੱਖ ਨਾ ਪਾਏ ਦਾ, ਉਹ ਮੁੜ ਦੁਖੀ ਨਹੀਂ ਹੁੰਦਾ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਬਹੁ ਸਾਧੋ, ਵਧੇਰੇ ਮੌਜਾਂ ਮਾਣਨ ਨਾਲ ਦੁੱਖ ਪ੍ਰਾਪਤ ਹੁੰਦਾ ਹੈ। ਬਹੁ ਸਾਧੋ, ਵਧੇਰੀਆਂ ਮੌਜਾਂ ਮਾਣਨ ਨਾਲ ਦੁੱਖ ਪ੍ਰਾਪਤ ਹੁੰਦਾ ਹੈ। ਭੋਗੋ ਰੋਗ ਸੋ ਅੰਤ ਵਿਗੋਵੇ, ਅਨੇਕਾਂ ਭੋਗਾਂ ਤੋਂ ਅਖੀਰ ਰੋਗ ਹੀ ਪੈਦਾ ਹੁੰਦੇ ਹਨ। ਭੋਗੋ ਰੋਗ ਸੋ ਅੰਤ ਵਿਗੋਵੇ, ਤੇ ਮਨੁੱਖ ਅੰਤ ਨੂੰ ਖੁਆਰ ਹੁੰਦਾ ਹੈ। ਹਰਖੋ ਸੋਗ ਨਾ ਮਿਟਈ ਕਬਹੂ, ਵਿਣ ਭਾਣੇ ਪਰਮਾਏ ਦਾ। ਹਰਖੋ ਸੋਗ ਨਾ ਮਿਟਈ ਕਬਹੂ, ਖੁਸ਼ੀਆਂ ਤੋਂ ਵੀ ਚਿੰਤਾ ਪੈਦਾ ਹੁੰਦੀ ਹੈ। ਹਰਖੋ ਸੋਗ, ਸੋਗ ਚਿੰਤਾ ਪੈਦਾ ਹੁੰਦੀ ਹੈ। ਨਾ ਮਿਟਈ ਕਬਹੂ, ਜੋ ਕਦੇ ਮਿਟਦੀ ਨਹੀਂ। ਵਿਣ ਭਾਣੇ ਪਰਮਾਏ ਦਾ, ਨਿਰੰਕਾਰ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਮਨੁੱਖ ਭਟਕਣਾ ਵਿੱਚ ਹੀ ਪਿਆ ਰਹਿੰਦਾ ਹੈ। ਗਿਆਨ ਵਿਹੂਣੀ ਭਵੇ ਸਬਾਈ, ਉਹ ਪਰਮਾਤਮਾ ਹਰੇਕ ਸ਼ੈ ਵਿੱਚ ਵਸ ਰਿਹਾ ਹੈ, ਪਰ ਇਸ ਗੱਲ ਦੀ ਸਮਝ ਤੋਂ ਸਖਣੀ, ਗਿਆਨ ਵਿਹੂਣੀ, ਇਸ ਗੱਲ ਦੀ ਸਮਝ ਤੋਂ ਸਖਣੀ ਰਹਿ ਕੇ ਭਵੇ ਸਵਾਈ, ਸਾਰੀ ਲੁਕਾਈ ਭਟਕ ਰਹੀ ਹੈ। ਸਾਰੀ ਲੁਕਾਈ ਨੂੰ ਇਸ ਗੱਲ ਦੀ ਕੋਈ ਸੂਝ ਨਹੀਂ ਹੈ ਕਿ ਉਹ ਪਰਮਾਤਮਾ ਤਾਂ ਹਰੇਕ ਸ਼ੈ ਵਿੱਚ ਵਸ ਰਿਹਾ ਹੈ। ਹਰਖੋ ਸੋਗ ਸਾਚਾ ਰਵ ਰਿਹਾ ਲਿਵਲਾਈ, ਜਿਹੜਾ ਮਨੁੱਖ ਪ੍ਰਭੂ ਨੂੰ ਦਿਲ ਵਿੱਚ ਵਸਾਉਂਦਾ ਹੈ, ਉਸ ਨਿਰਭਉ ਪ੍ਰਭੂ ਨੂੰ ਮੰਨਦਾ ਹੈ। ਸ਼ਬਦ ਗੁਰੂ ਉਸ ਦੀ ਸੁਰਤ ਨੂੰ ਪ੍ਰਭ ਦੀ ਜੋਤ ਵਿੱਚ ਮਿਲਾ ਦਿੰਦਾ ਹੈ। ਸਾਚਾ ਰਵ ਰਿਹਾ ਲਿਵਲਾਈ, ਜਿਹੜਾ ਵੀ ਮਨੁੱਖ ਉਸ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਹੈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ, ਜੋਤੀ ਜੋਤ ਮਿਲਾਏ ਦਾ। ਤਾਂ ਸ਼ਬਦ ਗੁਰੂ, ਨਿਰਭਉ ਸ਼ਬਦ ਗੁਰੂ, ਸ਼ਬਦ ਗੁਰੂ ਉਸ ਦੀ ਸੁਰਤ ਨੂੰ ਸੱਚ ਜਾਤਾ, ਜੋਤੀ ਜੋਤ ਮਿਲਾਏ ਦਾ, ਉਸ ਦੀ ਸੁਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ। ਅਟਲ ਅਡੋਲ ਅਤੋਲ ਮੁਰਾਰੇ, ਉਹ ਅਕਾਲ ਪੁਰਖ ਅਟਲ ਹੈ, ਅਡੋਲ ਹੈ, ਜੋ ਕਦੇ ਡੋਲਦਾ ਨਹੀਂ। ਅਤੋਲ ਮੁਰਾਰੇ, ਉਸ ਦੀ ਮਹਾਨਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਖਿਨ ਮੈਂ ਢਾਹੇ ਫੇਰ ਉਸਾਰੇ, ਉਹ ਖਿਨ ਵਿੱਚ, ਪਲਾਂ ਵਿੱਚ ਢਾਹ ਸਕਦਾ ਹੈ। ਉਹ ਸਰਬ ਸ਼ਕਤੀਮਾਨ ਹੈ, ਉਹ ਪਲਾਂ ਵਿੱਚ ਢਾਹ ਸਕਦਾ ਹੈ। ਜੋ ਸਾਨੂੰ ਲੱਗਦਾ ਹੈ ਕਿ ਇਹ ਚੀਜ਼ ਨਹੀਂ ਹੋ ਸਕਦੀ, ਪਰ ਉਹ ਪਲਾਂ ਵਿੱਚ ਉਸ ਚੀਜ਼ ਨੂੰ, ਨਾਮੁਮਕਿਨ ਚੀਜ਼ ਨੂੰ ਵੀ ਮੁਮਕਿਨ ਕਰ ਸਕਦਾ ਹੈ। ਤੇ ਫੇਰ ਉਸਾਰੇ, ਉਹ ਪਲਾਂ ਵਿੱਚ ਹੀ ਜਿਸ ਨੂੰ ਚਾਹੇ ਪੈਦਾ ਕਰ ਸਕਦਾ ਹੈ। ਰੂਪ ਨਾ ਰੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤਿਆਏ ਦਾ। ਉਸ ਦਾ ਕੋਈ ਖਾਸ ਰੂਪ, ਕੋਈ ਖਾਸ ਚਿੰਨ੍ਹ ਬਿਆਨ ਨਹੀਂ ਕੀਤਾ ਜਾ ਸਕਦਾ।
ਰੂਪ ਨਾ ਰੇਖਿਆ ਮਿੱਤ ਨਹੀਂ ਕੀਮਤ, ਸ਼ਬਦ ਭੇਦ ਪਤਿਆਏ ਦਾ। ਉਹ ਕਿਤਨਾ ਵੱਡਾ ਹੈ, ਉਸ ਦੀ ਕਿਤਨੀ ਕੁ ਮਹਾਨਤਾ ਹੈ, ਇਹ ਵੀ ਦੱਸਿਆ ਨਹੀਂ ਜਾ ਸਕਦਾ। ਜਿਹੜਾ ਮਨੁੱਖ ਨਿਰੰਕਾਰ ਦੀ ਯਾਦ ਵਿੱਚ ਜੁੜ ਜਾਂਦਾ ਹੈ, ਉਸ ਨੂੰ ਸਬਰ ਸੰਤੋਖ ਹੁੰਦਾ ਹੈ। ਰੂਪ ਨਾ ਰੇਖਿਆ ਮਤ ਨਹੀਂ ਕੀਮਤ, ਸ਼ਬਦ ਭੇਦ ਪਤਿਆਏ ਦਾ। ਜਿਹੜਾ ਮਨੁੱਖ ਉਸ ਦੀ ਯਾਦ ਵਿੱਚ ਜੁੜ ਜਾਂਦਾ ਹੈ, ਉਸ ਨੂੰ ਸਬਰ ਭੇਦ ਪਤਿਆਏ ਦਾ, ਉਸ ਨੂੰ ਸਬਰ ਸੰਤੋਖ ਹੁੰਦਾ ਹੈ। ਹਮ ਦਾਸਨ ਕੇ ਦਾਸ ਪਿਆਰੇ, ਹੇ ਪ੍ਰਭੂ ਮੈਂ ਪਿਆਰੇ ਪ੍ਰਭੂ ਦੇ ਉਹਨਾਂ ਦਾਸਾਂ ਦਾ ਵੀ ਦਾਸ ਹਾਂ। ਹਮ ਦਾਸਨ ਕੇ ਦਾਸ ਪਿਆਰੇ, ਮੈਂ ਤਾਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ ਜਿਹੜੇ ਪ੍ਰਭੂ ਦੀ ਸਾਧਨਾ ਕਰ ਰਹੇ ਹਨ। ਜਿਹੜੇ ਪ੍ਰਭੂ ਦੀ ਸਾਧਨਾ ਕਰ ਰਹੇ ਹਨ। ਸਾਧਕ ਸਾਚ ਭਲੇ ਵਿਚਾਰੇ, ਸਾਧਕ ਜੋ ਉਸ ਦੀ ਸਾਧਨਾ ਕਰ ਰਹੇ ਹਨ, ਮੈਂ ਤਾਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ। ਮੰਨੇ ਨਾਉ ਸੋਈ ਜਿਣ ਜਾਸੀ, ਆਪੇ ਸਾਚ ਦਿੜਾਏ ਦਾ। ਜਿਹੜੇ ਉੱਚੇ ਆਚਰਨ ਵਾਲੇ ਹਨ ਅਤੇ ਸਦਾ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਜਿਹੜਾ ਪਰਮਾਤਮਾ ਨੂੰ ਮੰਨਦਾ ਹੈ, ਉਹ ਜਗਤ ਵਿੱਚੋਂ ਜੀਵਨ ਬਾਜੀ ਜਿੱਤ ਕੇ ਜਾਂਦਾ ਹੈ। ਮੰਨੇ ਨਾਉ ਸੋਈ ਜਿਣ ਜਾਸੀ, ਜੋ ਪਰਮਾਤਮਾ ਨੂੰ ਮੰਨਦਾ ਹੈ, ਮੰਨੇ ਜੋ ਉਸ ਨੂੰ ਮੰਨਦਾ ਹੈ, ਉਹ ਜਗਤ ਵਿੱਚੋਂ ਜੀਵਨ ਬਾਜੀ ਜਿੱਤ ਕੇ ਜਾਂਦਾ ਹੈ। ਸੋਈ ਜਿਣ ਜਾਸੀ, ਜਗਤ ਵਿੱਚੋਂ ਇਹ ਜੀਵਨ ਬਾਜੀ ਜਿੱਤ ਕੇ ਜਾਂਦਾ ਹੈ। ਆਪੇ ਸਾਚ ਦਿੜਾਏ ਦਾ, ਉਹ ਪ੍ਰਭੂ ਆਪ ਆਪਣੇ ਨਾਮ ਦਾ ਅਭਿਆਸ ਕਰਾਉਂਦਾ ਹੈ। ਜੋ ਉਸ ਪ੍ਰਭੂ ਪਿਆਰੇ ਨੂੰ ਚੰਗਾ ਲੱਗਦਾ ਹੈ, ਉਹ ਉਸ ਨੂੰ ਆਪ ਹੀ ਆਪਣੇ ਨਾਮ ਦਾ ਅਭਿਆਸ ਕਰਾਉਂਦਾ ਹੈ। ਪੱਲੇ ਸਾਚ ਸੱਚੇ ਸਚਿਆਰਾ, ਉਹ ਸਚਿਆਰੇ ਹਨ ਗੁਰਮੁਖ। ਉਹ ਗੁਰਮੁਖ ਸਚਿਆਰੇ ਹਨ, ਇਮਾਨਦਾਰ ਹਨ, ਜਿਨ੍ਹਾਂ ਦੇ ਪਾਸ ਪਰਮਾਤਮਾ ਦੀ ਬੰਦਗੀ ਹੈ। ਪੱਲੇ ਸਾਚ ਸੱਚੇ ਸਚਿਆਰਾ, ਉਹ ਇਮਾਨਦਾਰ ਹਨ, ਸੱਚੇ ਹਨ, ਜਿਨ੍ਹਾਂ ਕੋਲ ਉਸ ਪ੍ਰਭੂ ਪਰਮੇਸ਼ਵਰ ਦੀ ਬੰਦਗੀ ਦਾ ਦਾਨ ਮਿਲਿਆ ਹੋਇਆ ਹੈ। ਸਾਚੇ ਭਾਵੇ ਸ਼ਬਦ ਪਿਆਰਾ, ਉਹ ਮਨੁੱਖ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਸਾਚੇ ਭਾਵੇ, ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਸ਼ਬਦ ਪਿਆਰਾ, ਜਿਹੜੇ ਉਸ ਪਿਆਰੇ ਪ੍ਰਭੂ ਦੀ ਸ਼ਲਾਘਾ ਕਰਦੇ ਹਨ। ਤ੍ਰਿਭਵਨ ਸਾਚ ਕਲਾ ਧਰ ਥਾਪੀ, ਸਾਚੇ ਹੀ ਪਤਿਆਏ ਦਾ। ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸ਼ਕਤੀ ਟਿਕਾ ਰੱਖੀ ਹੋਈ ਹੈ। ਤ੍ਰਿਭਵਨ ਸਾਚ ਕਲਾ ਕਰ ਧਰ ਥਾਪੀ, ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸ਼ਕਤੀ ਟਿਕਾ ਰੱਖੀ ਹੋਈ ਹੈ। ਸਾਚੇ ਹੀ ਪਤਿਆਏ ਦਾ, ਉਹ ਭਲੇ ਬੰਦਿਆਂ ਉੱਤੇ ਪ੍ਰਸੰਨ ਹੁੰਦਾ ਹੈ। ਪਤਿਆਏ ਦਾ, ਉਹ ਭਲੇ ਬੰਦਿਆਂ ਉੱਤੇ ਪ੍ਰਸੰਨ ਹੁੰਦਾ ਹੈ। ਵੱਡਾ ਵੱਡਾ ਆਖੇ ਸਭ ਕੋਈ, ਹਰ ਕੋਈ ਆਖਦਾ ਹੈ ਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ। ਵੱਡਾ ਵੱਡਾ ਆਖੇ ਸਭ ਕੋਈ, ਅਕਾਲ ਪੁਰਖ ਸਭ ਤੋਂ ਵੱਡਾ ਹੈ। ਗੁਰਬਿਨ ਸੋਝੀ ਕਿਨੇ ਨਾ ਹੋਈ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਕਿਸੇ ਨੂੰ ਸਹੀ ਸੂਝ ਪ੍ਰਾਪਤ ਨਹੀਂ ਹੁੰਦੀ। ਗੁਰਬਿਨ ਸੋਝੀ, ਜਦੋਂ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਸਾਨੂੰ ਕੋਈ ਸੋਝ ਪ੍ਰਾਪਤ ਨਹੀਂ ਹੁੰਦੀ। ਸਾਚ ਮਿਲੇ ਸੋ ਸਾਚੇ ਪਾਏ, ਨਾ ਵਿਛੜ ਦੁੱਖ ਪਾਏ ਦਾ। ਜਿਹੜਾ ਮਨੁੱਖ ਪ੍ਰਭੂ ਦੀ ਬੰਦਗੀ ਕਰਦਾ ਹੈ, ਉਹ ਉਸ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਾਚ ਮਿਲੇ ਸੋ ਸਾਚੇ ਪਾਏ, ਜੋ ਉਸ ਦੀ ਬੰਦਗੀ ਕਰਦਾ ਹੈ, ਉਹ ਉਸ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਾਚੇ ਪਾਏ, ਉਸ ਨੂੰ ਚੰਗਾ ਲੱਗਦਾ ਹੈ। ਨਾ ਵਿਛੜ ਦੁੱਖ ਪਾਏ ਦਾ, ਉਹ ਫਿਰ ਉਸ ਨਾਲੋਂ ਵਿਛੜ ਕੇ ਦੁਖੀ ਨਹੀਂ ਹੁੰਦਾ, ਕਿਉਂਕਿ ਉਹ ਅੰਦਰੋਂ ਰੂਹਾਨੀ ਤੌਰ 'ਤੇ ਤਾਂ ਉਸ ਪ੍ਰਭੂ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਨਾ। ਅਤੇ ਸਰੀਰਕ ਪੱਖੋਂ ਅਗਰ ਉਹ ਵਿਛੜ ਗਿਆ, ਇਸ ਜਨਮ ਵਿੱਚ ਆ ਗਿਆ, ਪਰ ਰੂਹਾਨੀ ਤੌਰ ਦੇ ਉੱਤੇ ਆਪਣੇ ਪ੍ਰਭੂ ਪਰਮੇਸ਼ਵਰ ਦੇ ਨਾਲ ਉਸਨੇ ਮੇਲ ਬਣਾਇਆ ਹੋਇਆ ਹੈ, ਤਾਂ ਫਿਰ ਕੁਛ ਚਿਰ ਵਿਛੜ ਕੇ ਵੀ ਉਹਨੂੰ ਦੁੱਖ ਨਹੀਂ ਮਿਲਦਾ, ਕਿਉਂਕਿ ਅੰਦਰੂਨੀ ਤੌਰ 'ਤੇ ਉਹ ਇਸ ਸੰਸਾਰ ਵਿੱਚ ਕਾਰ ਵਿਹਾਰ ਕਰਦਾ ਹੋਇਆ ਵੀ ਉਹ ਆਪਣੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਉਸਨੂੰ ਵਿਛੜ ਕੇ ਦੁੱਖ ਨਹੀਂ ਮਿਲਦਾ। ਧੁਰੋ ਵਿਛੁੰਨੇ ਤਾਹੀ ਰੁੰਨੇ,
ਪਰ ਜੋ ਬੰਦਾ ਜਿਹੜੇ ਰੱਬ ਤੋਂ ਵਿਛੜ ਜਾਂਦੇ ਹਨ, ਜਿਹੜੇ ਆਤਮਿਕ ਤੌਰ 'ਤੇ ਹੀ ਰੱਬ ਨਾਲ ਜੁੜੇ ਨਹੀਂ ਹਨ, ਉਸ ਤੋਂ ਵਿਛੜੇ ਹੋਏ ਹਨ, ਉਹ ਧਾਹਾਂ ਮਾਰ ਮਾਰ ਕੇ ਰੋਂਦੇ ਪਿੱਟਦੇ ਹਨ। ਮਰ ਮਰ ਜਨਮੇ ਮੋਹਲਤ ਪੁੰਨੇ। ਜਦੋਂ ਜਦੋਂ ਜ਼ਿੰਦਗੀ ਦਾ ਸਮਾਂ ਮੁੱਕ ਜਾਂਦਾ ਹੈ, ਉਹ ਮੁੜ ਮੁੜ ਮਰਦੇ ਹਨ, ਜੰਮਦੇ ਹਨ। ਜੋ ਪਰਮਾਤਮਾ ਤੋਂ ਖੁੰਝੇ ਹੋਏ ਹਨ, ਜੋ ਪਰਮਾਤਮਾ ਦੇ ਚਰਨਾਂ ਤੋਂ ਦੂਰ ਹਨ, ਜੋ ਮਨਮੁਖ ਬੰਦੇ ਹਨ, ਜੋ ਸੋਚਦੇ ਹਨ ਕਿ ਸੰਸਾਰ ਵਿੱਚ ਮੈਂ ਹੀ ਹਾਂ, ਮੈਂ ਹੀ ਸਭ ਤੋਂ ਵੱਡਾ ਹਾਂ, ਮੇਰੇ ਕੋਲ ਮਾਇਆ ਬਹੁਤ ਹੈ, ਮੈਂ ਹੀ ਸਭ ਕੁਛ ਹਾਂ, ਉਹ ਮਰ ਮਰ ਮਰਦੇ ਹਨ, ਫਿਰ ਜੰਮਦੇ ਹਨ। ਉਹ ਜਨਮ ਮਰਨ ਦੇ ਚੱਕਰਾਂ ਵਿੱਚ ਹੀ ਪਏ ਰਹਿੰਦੇ ਹਨ। ਜਿਸ ਬਖਸ਼ੇ ਤਿਸ ਦੇ ਵਡਿਆਈ, ਮੇਲ ਨਾ ਪਛੋਤਾਏ ਦਾ। ਜਿਸ ਮਨੁੱਖ ਉੱਤੇ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਜਿਸ ਮਨੁੱਖ ਉੱਤੇ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਤਿਸ ਦੇ ਵਡਿਆਈ, ਉਸ ਨੂੰ ਵਡਿਆਈ ਦਿੰਦਾ ਹੈ। ਮੇਲ ਨਾ ਪਛੋਤਾਏ ਦਾ, ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਨਾ ਪਛੋਤਾਏ ਦਾ, ਉਹ ਮਨੁੱਖ ਫਿਰ ਪਛਤਾਉਂਦਾ ਨਹੀਂ ਹੈ, ਕਿਉਂਕਿ ਉਸ ਦੇ ਸਿਰ ਉੱਤੇ ਤਾਂ ਉਸ ਪ੍ਰਭੂ ਪਰਮੇਸ਼ਵਰ ਦਾ ਹੱਥ ਹੈ। ਉਸ ਨੂੰ ਪਛਤਾਉਣ ਦੀ ਹੁਣ ਕੀ ਲੋੜ ਹੈ। ਆਪੇ ਕਰਤਾ ਆਪੇ ਭੁਗਤਾ, ਉਹ ਪਰਮੇਸ਼ਵਰ ਆਪ ਪੈਦਾ ਕਰਨ ਵਾਲਾ ਹੈ। ਆਪੇ ਕਰਤਾ ਆਪੇ ਭੁਗਤਾ, ਆਪ ਹੀ ਸਾਰੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਆਪੇ ਤ੍ਰਿਪਤਾ, ਫਿਰ ਆਪ ਹੀ ਇਹਨਾਂ ਭੋਗਾਂ ਤੋਂ ਰੱਜ ਜਾਣ ਵਾਲਾ ਹੈ। ਤ੍ਰਿਪਤਾ, ਆਪ ਹੀ ਆਪਣੀ ਤ੍ਰਿਪਤ ਬੁਝਾਉਣ ਵਾਲਾ ਹੈ। ਆਪੇ ਮੁਕਤਾ, ਤੇ ਆਪ ਹੀ ਪਦਾਰਥਾਂ ਦੇ ਮੋਹ ਤੋਂ ਸੁਤੰਤਰ ਹੋ ਜਾਣ ਵਾਲਾ ਹੈ। ਆਪੇ ਮੁਕਤ ਦਾਨ ਮੁਕਤੀ ਸਰ, ਮਮਤਾ ਮੋਹ ਚੁਕਾਏ ਦਾ, ਉਹ ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ। ਆਪੇ ਮੁਕਤ ਦਾਨ ਮੁਕਤੀ ਸਰ, ਉਹ ਪ੍ਰਭੂ ਆਪ ਹੀ ਮੁਕਤੀ ਦਾ ਮਾਲਕ ਹੈ, ਆਪ ਹੀ ਵਿਕਾਰਾਂ ਤੋਂ ਖਲਾਸੀ ਦੀ ਦਾਤ ਦਿੰਦਾ ਹੈ। ਇਹ ਦਾਨ ਉਹ ਪ੍ਰਮਾਤਮਾ ਪ੍ਰਭੂ ਹੀ ਦਿੰਦਾ ਹੈ ਕਿ ਅਸੀਂ ਇਸ ਸੰਸਾਰ ਦੇ ਵਿੱਚ ਵਿਚਰ ਕੇ ਜੋ ਵਿਕਾਰਾਂ ਤੋਂ ਅਸੀਂ ਦੂਰ ਰਹਿ ਸਕੀਏ, ਇਸ ਦੀ ਦਾਤ ਵੀ ਉਹ ਆਪ ਹੀ ਦਿੰਦਾ ਹੈ। ਮਮਤਾ ਮੋਹ ਚੁਕਾਏ ਦਾ, ਆਪ ਹੀ ਜੀਵਾਂ ਦੇ ਅੰਦਰੋਂ ਮਮਤਾ ਤੇ ਮੋਹ ਦੂਰ ਕਰਦਾ ਹੈ। ਦਾਨਾ ਕੇ ਸਿਰ ਦਾਨ ਵਿਚਾਰਾ, ਉਸਦੀ ਇਹ ਜ਼ਿੰਦਗੀ ਦੀ ਦਾਤ ਹੋਰ ਸਭ ਦਾਤਾਂ ਤੋਂ ਸ੍ਰੇਸ਼ਟ ਹੈ। ਦਾਨਾ ਕੇ ਸਿਰ ਦਾਨ ਵਿਚਾਰਾ, ਜੋ ਪ੍ਰਭੂ ਪਰਮਾਤਮਾ ਨੇ ਜ਼ਿੰਦਗੀ ਦੀ ਦਾਤ ਦਿੱਤੀ ਹੈ, ਇਹ ਬਾਕੀ ਸਭ ਦਾਤਾਂ ਤੋਂ, ਰੋਟੀ ਕੱਪੜਾ ਮਕਾਨ, ਇਹ ਸਭ ਦਾਤਾਂ ਤੋਂ ਸ੍ਰੇਸ਼ਟ ਹੈ ਜੋ ਉਸਨੇ ਜ਼ਿੰਦਗੀ ਦੀ ਦਾਤ ਦਿੱਤੀ ਹੈ। ਕਰਨ ਕਾਰਨ ਸਮਰੱਥ ਅਪਾਰਾ, ਉਹ ਬਣਾਉਣ ਵਾਲਾ ਹੈ, ਸਾਰੇ ਸੰਸਾਰ ਦਾ ਰਚਣ ਵਾਲਾ ਹੈ। ਉਹ ਸਭਨੀ ਗੱਲੀ ਸਮਰੱਥ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਕਰ ਕਰ ਵੇਖੇ ਕੀਤਾ ਆਪਣਾ, ਕਰਨੀ ਕਾਰ ਕਰਾਏ ਦਾ, ਸਾਰੇ ਸੰਸਾਰ ਨੂੰ ਪੈਦਾ ਕਰਕੇ ਕਰ ਕਰ ਵੇਖੇ ਕੀਤਾ ਆਪਣਾ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਕਰਨੀ ਕਾਰ ਕਰਾਏ ਦਾ, ਉਹ ਜੀਵਾਂ ਪਾਸੋਂ ਕਾਰ ਕਰਾਉਂਦਾ ਹੈ। ਕਰਨੀ ਕਾਰ ਕਰਾਏ ਦਾ, ਉਹ ਆਪ ਹੀ ਜੀਵਾਂ ਪਾਸੋਂ ਕਾਰ ਕਰਾਉਂਦਾ ਹੈ। ਸੇ ਗੁਣ ਗਾਵੇ ਸਾਚੇ ਪਾਵੇ, ਹੇ ਸੱਚੇ ਪਰਮੇਸ਼ਵਰ, ਉਹ ਤੇਰੇ ਗੁਣ ਗਾਉਂਦੇ ਹਨ ਜਿਹੜੇ ਜੀਵ ਤੈਨੂੰ ਪਿਆਰੇ ਲੱਗਦੇ ਹਨ। ਸੇ ਗੁਣ ਗਾਵੇ, ਉਹੀ ਜੀਵ ਤੇਰੇ ਗੁਣ ਗਾਉਂਦੇ ਹਨ ਜੋ ਸਾਚੇ ਭਾਵੇ, ਜੋ ਤੈਨੂੰ ਪਿਆਰੇ ਲੱਗਦੇ ਹਨ। ਤੁਝ ਤੇ ਉਪਜੇ ਤੁਝ ਮਾਹੇ ਸਮਾਵੇ, ਸਾਰੇ ਜੀਵ ਤੇਤੋਂ ਹੀ ਪੈਦਾ ਹੁੰਦੇ ਹਨ ਤੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਤੁਝ ਤੇ ਉਪਜੇ ਤੁਝ ਮਾਹੇ ਸਮਾਵੇ, ਤੇਰੇ ਤੋਂ ਹੀ ਪੈਦਾ ਹੁੰਦੇ ਹਨ, ਤੇਰੇ ਹੁਕਮ ਅਨੁਸਾਰ ਹੀ ਇਸ ਦੁਨੀਆ ਵਿੱਚ ਆਉਂਦੇ ਹਨ ਤੇ ਤੇਰੇ ਹੁਕਮ ਅਨੁਸਾਰ ਹੀ ਤੇਰੇ ਵਿੱਚ ਲੀਨ ਹੋ ਜਾਂਦੇ ਹਨ। ਨਾਨਕ ਸਾਚ ਕਹੇ ਬੇਨੰਤੀ, ਮਿਲ ਸਾਚੇ ਸੁਖ ਪਾਏ ਦਾ। ਗੁਰੂ ਨਾਨਕ ਦੇਵ ਜੀ ਬੇਨਤੀ ਪੂਰਵਕ ਸੱਚ ਆਖਦੇ ਹਨ। ਨਾਨਕ ਸਾਚ ਕਹੇ ਬੇਨੰਤੀ, ਬੇਨਤੀ ਪੂਰਵਕ ਹੱਥ ਜੋੜ ਕੇ ਇਹ ਸੱਚ ਕਹਿੰਦੇ ਹਨ ਕਿ ਮਿਲ ਸਾਚੇ ਸੁਖ ਪਾਏ ਦਾ, ਕਿ ਪ੍ਰਭੂ ਨੂੰ ਮਿਲ ਕੇ ਹੀ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਇਸ ਦੁਨੀਆ ਦੇ ਵਿੱਚ ਆ ਕੇ ਵੀ ਸੰਸਾਰੀ ਕਾਰ ਵਿਹਾਰ ਕਰਨ ਦੇ ਉਪਰੰਤ ਵੀ ਸਾਨੂੰ ਆਪਣਾ
ਮਨ ਉਸ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਪਰਮਾਤਮਾ ਸਾਡੇ 'ਤੇ ਮਿਹਰ ਕਰਨ, ਉਹ ਪਰਮਾਤਮਾ ਨੂੰ ਅਸੀਂ ਭਾ ਜਾਈਏ ਅਤੇ ਜੋ ਮਨੁੱਖ, ਜੋ ਗੁਰਮੁਖ ਪਿਆਰੇ ਉਸ ਪਰਮਾਤਮਾ ਨੂੰ ਚੰਗੇ ਲੱਗਦੇ ਹਨ, ਗੁਰਮੁਖ ਪਿਆਰਾ ਆਪ ਹੀ ਉਹਨਾਂ ਕੋਲੋਂ ਇਹ ਸੱਚੇ ਪ੍ਰਭੂ ਦੀ ਭਗਤੀ ਕਰਵਾਉਂਦਾ ਹੈ, ਉਹਨਾਂ ਦੀ ਵਡਿਆਈ ਕਰਵਾਉਂਦਾ ਹੈ ਅਤੇ ਸਾਨੂੰ ਸਾਰੇ ਦੁੱਖਾਂ ਤੋਂ ਦੂਰ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਕਰਦਾ ਹੈ ਅਤੇ ਸੱਚਾ ਸੁੱਖ ਉਦੋਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਉਸ ਸੱਚੇ ਵਾਹਿਗੁਰੂ ਦੀ ਸਿਫਤ ਕਰੀਏ ਅਤੇ ਉਸ ਦੇ ਨਾਲ ਮੇਲ ਹੋਣ ਦੀ ਆਸ ਰੱਖੀਏ। ਇਹ ਤਾਂ ਹੀ ਹੋ ਸਕਦਾ ਹੈ ਕਿ ਇਸ ਦੁਨੀਆ ਵਿੱਚ ਆ ਕੇ ਵੀ ਅਸੀਂ ਥੋੜ੍ਹਾ ਟਾਈਮ ਕੱਢੀਏ ਅਤੇ ਉਸ ਵਾਹਿਗੁਰੂ ਦਾ ਸ਼ੁਕਰ ਕਰੀਏ ਕਿ ਉਸਨੇ ਸਾਨੂੰ ਇੱਕ ਅਨਮੋਲ ਦਾਤ ਦਿੱਤੀ ਹੈ, ਸਾਨੂੰ ਇਸ ਜ਼ਿੰਦਗੀ ਦੀ ਅਨਮੋਲ ਦਾਤ ਦਿੱਤੀ ਹੈ ਅਤੇ ਅਸੀਂ ਕੁਝ ਸਮਾਂ ਕੱਢ ਕੇ ਅਸੀਂ ਵਾਹਿਗੁਰੂ ਦੀ ਸ਼ਲਾਘਾ ਕਰੀਏ ਅਤੇ ਆਪਣਾ ਮਨ ਉਸ ਵਾਹਿਗੁਰੂ ਨਾਲ ਜੋੜੀ ਰੱਖੀਏ ਤਾਂ ਕਿ ਵਾਹਿਗੁਰੂ ਪਰਮਾਤਮਾ ਸਾਨੂੰ ਸਾਰੇ ਵਿਕਾਰਾਂ ਤੋਂ ਦੂਰ ਰੱਖਣ ਅਤੇ ਔਖੇ ਵੇਲੇ ਵੀ ਸਾਨੂੰ ਹੱਥ ਪਕੜ ਕੇ ਕੱਢ ਲੈਣ ਅਤੇ ਸਾਨੂੰ ਸਹੀ ਰਸਤੇ 'ਤੇ ਲੈ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।